IIT AM ਸੁਣ ਰਹੇ ਅਤੇ ਸੋਸ਼ਲ ਮੀਡੀਆ ਤੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਰਾਜ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਕ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹਾਂ। ਵੈਸੇ ਤਾਂ ਸਾਡੇ ਸਰੋਤੇ ਤੇ ਸਾਡੇ ਦਰਸ਼ਕ ਤਰਸਦੇ ਰਹਿੰਦੇ ਨੇ ਕੋਈ ਇਹੋ ਜਿਹਾ ਕਲਾਕਾਰ ਦੇ ਨਾਲ ਗੱਲਬਾਤ ਕਰੀਏ, ਇਹੋ ਜਿਹੀ ਕਲਾਕਾਰ ਦੀ ਜੀਵਨੀ ਸੁਣੀਏ ਕਿ ਉਹਨਾਂ ਨੇ ਲਾਈਫ ਦੇ ਵਿੱਚ ਕਿਵੇਂ ਸੰਘਰਸ਼ ਕੀਤਾ। ਪਰ ਕੁਝ ਕਲਾਕਾਰ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਦਿਲ ਦੇ ਵਿੱਚ ਸਮਾਇਆ ਹੁੰਦਾ ਤੇ ਵਾਕਿਆ ਹੀ ਸਾਨੂੰ ਜਾਣਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਜੀਵਨ ਬਾਰੇ ਜਾਣੀਏ, ਉਹ ਕਿਵੇਂ ਇਸ ਮੁਕਾਮ ਤੱਕ ਪਹੁੰਚੇ, ਕਿਵੇਂ ਉਹਨਾਂ ਨੇ ਗਾਇਕੀ ਦੇ ਖੇਤਰ ਦੇ ਵਿੱਚ ਆਪਣਾ ਪੈਰ ਅਜਮਾਇਆ। ਤੇ ਅੱਜ ਖੁਸ਼ਕਿਸਮਤੀ ਸਾਡੀ ਹੈ ਕਿ ਸਾਡੇ ਨਾਲ ਅੱਜ ਹਾਜ਼ਰ ਨੇ ਗਿੱਲ ਹਰਦੀਪ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਸਮਾਂ ਦਿੱਤਾ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਟੂਡੀਓ। ਬੜੀ ਮਿਹਰਬਾਨੀ ਰਾਜ ਬਰਾੜ ਜੀ। ਰੇਡੀਓ ਮਾਈ ਰੇਡੀਓ ਸੁਣ ਰਹੇ ਸਾਰੇ 580 AM ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਿੱਲ ਹਰਦੀਪ ਜੀ, ਵੈਸੇ ਤਾਂ ਜਿਹੜਾ ਨਾਂ ਹੁੰਦਾ ਬੰਦੇ ਦਾ ਉਹ ਆਪ ਬੋਲਦਾ। ਤੁਹਾਡਾ ਨਾਂ ਸਾਨੂੰ ਇੱਕ ਵਾਰੀ ਸਿਰਫ ਇਹ ਕਹਿਣ ਦੀ ਲੋੜ ਹੈ ਗਿੱਲ ਹਰਦੀਪ ਦੁਨੀਆ ਜਾਣਦੀ ਹੈ ਕਿ ਕੌਣ ਹੈ ਬੰਦਾ, ਪਰ ਫਿਰ ਵੀ ਸਾਡੇ ਜਿਹੜੇ ਸਰੋਤੇ ਨੇ, ਸੁਣਨ ਵਾਲੇ ਨੇ, ਜਦੋਂ ਤੁਸੀਂ ਸਟੇਜ ਤੇ ਗਾਉਣੇ ਹੋ ਤੁਹਾਡੀ ਗਾਇਕੀ ਨੂੰ ਤਾਂ ਸੁਣਦੇ ਨੇ, ਪਰ ਤੁਹਾਨੂੰ ਅਸਲੀਅਤ ਦੇ ਵਿੱਚ ਅੰਦਰੋਂ ਵੀ ਜਾਣਨਾ ਚਾਹੁੰਦੇ ਨੇ ਕਿ ਕਿਹੋ ਜਿਹਾ ਬੰਦਾ ਹੋਊਗਾ ਇਹ, ਇਹਨੇ ਕਿਵੇਂ ਤਰੱਕੀ ਕੀਤੀ ਹੋਊਗੀ, ਇੰਨੀ ਕਿਵੇਂ ਗਾਇਕੀ ਦੇ ਵਿੱਚ ਉਹਨਾਂ ਨੇ ਇੰਨਾ ਆਪਣਾ ਪੈਰ ਅਜਮਾਇਆ। ਸਾਨੂੰ ਆਪਣੇ ਬਾਰੇ ਦੱਸੋ, ਤੁਸੀਂ ਕਿੱਥੋਂ ਨੂੰ ਬਿਲੋਂਗ ਕਰਦੇ ਪਹਿਲਾਂ ਤਾਂ? ਮੇਰਾ ਪਿੰਡ ਜੀ ਮੋਗਾ ਜ਼ਿਲ੍ਹੇ 'ਚ ਕੋਕਰੀ ਕਲਾਂ ਪਿੰਡ ਆ। ਸਾਡੇ ਤੋਂ ਤੁਸੀਂ ਗੁਆਂਢੀ ਹੋ ਫਿਰ? ਹਾਂ ਬਿਲਕੁਲ ਬਿਲਕੁਲ। ਤੇ ਉੱਥੇ ਮੇਰਾ ਬਚਪਨ ਪੜਿਆ, ਮੈਂ 8ਵੀਂ ਜਮਾਤ ਤੱਕ ਉੱਥੇ ਪੜ੍ਹਿਆ ਜੀ। ਤੇ ਉਸ ਤੋਂ ਬਾਅਦ ਮੈਂ ਟੁੱਡੀ ਲੱਗ ਗਿਆ ਸੀ ਬਾਬਾ ਪਾਕਰ ਸਿੰਘ ਕਾਲਜ, ਜਿਹੜਾ ਔਰਲਾ ਸਕੂਲ ਹੈ ਸੀਨੀਅਰ ਸੈਕੰਡਰੀ ਜੀ। BA ਫਾਈਨਲ ਮੈਂ ਉੱਥੋਂ ਕੀਤੀ ਹੈ ਟੁੱਡੀ ਕਾਲਜ ਤੋਂ ਲਾਲ ਲਾਜਪਤ ਜੀ। ਤੇ ਬਸ ਉਦੋਂ ਇਹ ਮੇਰਾ ਸਫ਼ਰ ਹੈ। ਸਾਈਕਲ ਤੇ ਬਥੇਰਾ ਜਾਂਦਾ ਰਿਹਾ ਮੈਂ ਉੱਥੇ ਟੁੱਡੀ ਕੇ। ਸੋ ਕੋਕਰੀ, ਪਹਿਲਾਂ ਕੋਕਰੀ ਤੋਂ ਤੁਸੀਂ 8 ਜਮਾਤਾਂ ਕੀਤੀਆਂ, ਫਿਰ ਤੁਸੀਂ ਜਿਹੜਾ ਟੁੱਡੀ ਕੇ ਪਲੱਸ 2 ਔਰਲੇ ਸਕੂਲ, ਫਿਰ ਕਾਲਜ ਦੇ ਵਿੱਚ ਵੀ ਉੱਥੇ ਗਏ ਜੀ। ਤੇ ਫਿਰ ਕੈਨੇਡਾ ਆਉਣ ਦਾ ਤੇ ਵਿਆਹ ਵੀ ਮੇਰਾ ਟੁੱਡੀ ਕੇ ਹੋ ਗਿਆ। ਅੱਛਾ, ਵਿਆਹ ਵੀ ਤੁਹਾਡਾ ਟੁੱਡੀ ਕੇ? ਬਸ ਸਾਰਾ ਕੰਮ ਟੁੱਡੀ ਕੇ ਨਿਬੜ ਗਿਆ। ਠੀਕ ਹੈ। ਸੋ ਇਹ ਤਾਂ ਤੁਹਾਡਾ ਸੀਗਾ ਮੁੱਢਲਾ, ਜਿਵੇਂ ਜਿੱਥੋਂ ਤੁਸੀਂ ਸਟਾਰਟ ਕੀਤਾ ਉਹ ਤੁਸੀਂ ਤੁਹਾਨੂੰ ਦੱਸਿਆ ਤੁਸੀਂ ਪਿੰਡ ਤੋਂ, ਕਿਹੜੇ ਪਿੰਡ ਤੋਂ ਆ। ਪਰਿਵਾਰ ਦੇ ਵਿੱਚ ਕੌਣ ਕੌਣ ਆ? ਪਰਿਵਾਰ ਤਾਂ ਸਾਡਾ ਪਹਿਲਾਂ ਜੁਆਇੰਟ ਫੈਮਿਲੀ ਸੀ। ਚਾਚੇ ਤਾਏ ਮੇਰੇ 4 ਭਰਾ ਸੀਗੇ, ਵੱਡੀ ਫੈਮਿਲੀ ਇਕੱਠੇ ਨੇ ਕਾਫੀ। ਹਾਂਜੀ। ਤੇ 2004 ਤੋਂ ਬਾਅਦ ਫਿਰ ਮੇਰੇ ਜਿਹੜੇ ਮੈਥੋਂ ਵੱਡੇ 2 ਭਰਾ ਨੇ, ਹਾਂਜੀ, ਮਾਂ ਬਾਪ ਸਾਰੇ ਮਤਲਬ ਇੱਥੇ ਰਹਿੰਦੇ ਆ ਐਕਸਪੋਰਟ ਹੁਣ ਤਾਂ। ਅੱਛਾ। 4-5 ਮਹੀਨੇ ਅਸੀਂ ਉੱਥੇ ਜਾਂਦੇ ਆ ਇੰਡੀਆ ਜੀ, ਉੱਥੇ ਰਹਿੰਦੇ ਆ। ਤੇ ਬਾਕੀ ਮੇਰੇ 2 ਬੱਚੇ ਆ ਜੀ, ਬੇਟੀ ਬੇਟਾ, ਵਾਈਫ, ਮਤਲਬ ਸਾਰੇ ਪਰਿਵਾਰ ਪੂਰਾ ਹੈ ਜੀ, ਪਰਮਾਤਮਾ ਦੀ ਮਿਹਰ ਹੈ। ਜਿਹੜੇ ਬੱਚੇ ਨੇ ਤੁਹਾਡੇ, ਉਹਨਾਂ ਦੇ ਵਿੱਚ ਵੀ ਕੋਈ ਹੈ ਇਹੋ ਜਿਹੀ ਚਾਹਨਾ ਕਿ ਅਸੀਂ ਵੀ ਡੈਡੀ ਵਾਲੇ ਕਦਮਾਂ ਤੇ ਚੱਲੀਏ ਤੇ ਅਸੀਂ ਗਾਈਏ, ਜਾਂ ਉਹਨਾਂ ਦੇ ਵਿੱਚ ਹੁੰਦਾ ਨਾ ਜਿਵੇਂ ਜੇ ਬਾਪ ਡਾਕਟਰ ਹੈ ਤਾਂ ਬੇਟਾ ਡਾਕਟਰ ਹੈ, ਬਾਪ ਵਕੀਲ ਹੈ ਤਾਂ ਬੇਟਾ ਵੀ ਵਕੀਲ ਹੈ, ਤੇ ਜਿਵੇਂ ਹੁਣ ਤੁਸੀਂ ਸਿੰਗਰ ਹੋ ਤਾਂ ਬੱਚਾ ਵੀ, ਕਈ ਵਾਰੀ ਉਹਨਾਂ ਨੂੰ ਵੀ ਉਤਸੁਕਤਾ ਹੁੰਦੀ ਹੈ ਕਿ ਅਸੀਂ ਵੀ ਇਸ ਫੀਲਡ ਦੇ ਵਿੱਚ ਜਾਈਏ। ਕੋਈ ਹੈ ਤੁਹਾਨੂੰ ਇਰਾਦਾ? ਨਹੀਂ, ਬੱਚਿਆਂ ਦੇ ਵਿੱਚ ਨਹੀਂ ਕੋਈ ਗਾਉਣ ਦੀ ਗੱਲਬਾਤ। ਅੱਛਾ। ਉਹ ਬਾਕੀ ਮੈਂ ਕੁਛ ਵੀ ਨਹੀਂ ਕਰਦਾ, ਉਹਨੂੰ ਮੇਰਾ ਕਿਹਾ ਜਿਹੜਾ ਕੁਝ ਤੁਸੀਂ ਆਪਦਾ ਬਣਨਾ ਕਰਨਾ ਚਾਹੁੰਦੇ ਨਾ ਜੀ, ਉਹ ਪੜ੍ਹਾਈ ਲਈ ਠੀਕ ਨੇ। ਉਹ ਵੈਰੀ ਗੁੱਡ, ਵੈਰੀ ਗੁੱਡ। ਯਾ, ਤੁਸੀਂ ਗਾਉਣਾ ਸ਼ੁਰੂ ਕਦੋਂ ਕੀਤਾ ਇਹ ਦੱਸੋ ਪਹਿਲਾਂ, ਕਿਉਂਕਿ ਜਿਹੜਾ ਸਭ ਤੋਂ ਪਹਿਲਾਂ ਕਦੋਂ ਤੁਹਾਨੂੰ ਇਹ ਚੇਟਕ ਲੱਗੀ ਕਿ ਵੀ ਮੈਂ ਗਾ ਸਕਦਾ? ਮੈਂ ਛੋਟਾ ਸੀਗਾ, ਸਾਡੇ ਬਜ਼ੁਰਗ ਮੇਰੇ ਬਾਬਾ ਜੀ ਹੁਣ ਤਾਂ ਨਹੀਂ ਹੈਗੇ, ਹਾਂਜੀ, ਉਹਨਾਂ ਨੂੰ ਮਤਲਬ ਸ਼ੌਂਕ ਸੀ ਸੁਣਨ ਦਾ। ਪੁਰਾਣੇ ਸਿੰਗਰਾਂ ਢਾਡੀ ਸਾਡੇ ਘਰੇ ਆਉਂਦੇ ਰਹਿੰਦੇ ਸੀ ਜੀ। ਦਿਲਸ਼ਾਦ ਅਖਤਰ ਸਾਹਿਬ ਦੇ ਫਾਦਰ ਸਾਹਿਬ ਵੀ ਆਉਂਦੇ ਸਾਡੇ, ਜਿਹੜੇ ਖਸ਼ਕੀਨ। ਤੇ ਮਤਲਬ ਹੋਰ ਵੀ ਜਾਂਦੇ ਹਨ, 2-3 ਦਿਨ ਰਹਿ ਜਾਂਦੇ ਸੀ। ਬਜ਼ੁਰਗਾਂ ਨੂੰ ਮਾਣ ਤਾਣ ਵੀ ਉਹਨਾਂ ਦਾ ਕਰਦੇ ਸੀ ਜੀ। ਪਤਾ ਨਹੀਂ ਕੀ ਚੱਕਰ, ਜਾਂ ਮੈਨੂੰ ਆਉਣ ਲੱਗਦਾ ਹੁੰਦਾ ਵੀ ਮੇਰੀ ਮਾਤਾ, ਮੇਰੇ ਬੀਬੀ ਤੇ ਤਾਈ ਜੀ ਮੇਰੇ, ਹਾਂਜੀ, ਜਦੋਂ ਕਿਤੇ ਗੀਤ ਗੂਤ ਹੁਣ ਵੀ ਕਿਤੇ ਬਜ਼ੁਰਗ ਹੋ ਗਏ, ਉਹਨਾਂ ਦੀ ਐਸੀ ਆਵਾਜ਼ ਹੈ ਠੇਠ, ਜਦੋਂ ਬੋਲ ਚੱਕਦੀਆਂ, ਮੈਨੂੰ ਲੱਗਦਾ ਕੋਈ ਗੱਲਾਂ ਹੈਗੀਆਂ ਹੈ। ਤੇ ਬਾਕੀ ਸਾਡੇ ਘਰ ਦਾ ਫਿਰ ਮਾਹੌਲ ਸੀ, ਜਿਹੜੇ ਸਾਡੇ ਸੀਰੀ ਸੰਧੀਕ ਹੁੰਦੇ ਸੀ ਕੰਮ ਕਰਨ ਵਾਲੇ, ਰਾਤ ਨੂੰ ਇਹ ਖਾੜਾ ਲਾਉਂਦੇ ਹੁੰਦੇ ਸੀ। ਹਾਂ, ਜਿਵੇਂ ਆਪਣਾ ਹੁੰਦਾ ਬਾਹਰਲਾ ਮੱਝਾਂ ਵਾਲਾ ਪਾਸਾ, ਜਿਹੜਾ ਉੱਥੇ ਬੰਦੇ ਇਕੱਠੇ ਹੋਏ ਆ ਜੀ, ਬੈਠੇ ਤੇ ਗਾ ਰਹੇ। ਹਾਂ, ਇੱਕ ਉਹ ਘੜੇ ਤੇ ਰਬੜ ਬੰਨ ਲੈਣੀ, ਢੋਲ ਖੁਦ ਹੀ ਬਣਾ ਲੈਂਦੇ ਸੀ। ਅੱਛਾ। ਫਿਰ ਹੌਲੀ ਹੌਲੀ ਬੈਂਜੋ ਬੂੰਜੋ ਲਿਆਂਦਾ ਮੇਰੇ ਬਾਬੇ, ਤੂੰਬੀ ਲਿਆਂਦੀ, ਫਿਰ ਬਸ ਕਲੀਆਂ ਕੁਲੀਆਂ ਗਾਉਂਦੇ ਹੁੰਦੇ ਸੀ ਰਾਤ ਨੂੰ ਜੀ। ਹਾਂਜੀ। ਹੌਲੀ ਫਿਰ ਮੈਂ, ਮੇਰੇ ਉਸਤਾਦ ਸੀ ਮੁਨਸ਼ੀ ਖਾਨ ਜੀ, ਕੋਕਰੀ ਦੇ, ਉਹ ਸਾਡੇ ਫੁੱਫੜ ਜੀ, ਮੈਂ ਉਹਨੂੰ ਕਹਿੰਦਾ ਸੀ ਸਾਡੇ ਪਿੰਡ ਵਿਆਹੇ ਸੀ, ਭੂਆ ਸ਼ਾਂਤੀ। ਅਸੀਂ ਉੱਥੇ, ਮੈਂ ਉਹਨਾਂ ਕੋਲ ਫਿਰ ਬਕਾਇਦਾ ਸਿੱਖਦਾ ਰਿਹਾ ਜੀ। ਤੇ ਉੱਥੋਂ ਹੀ ਉਹਨਾਂ ਨੇ ਜੋ ਮੈਨੂੰ ਸਟੇਜਾਂ ਤੇ ਗਾਉਣਾ ਕਰਨਾ ਸਿਖਾਇਆ। ਉਹ ਸੋ ਸ਼ੁਰੂ ਤੋਂ ਤੁਹਾਨੂੰ ਚੇਟ ਕੇ ਕਹਿ ਸਕਦੇ ਹਾਂ ਕਿ ਤੁਹਾਡੀ ਮੰਮੀ ਦੀ ਜਿਹੜੀ ਲੰਮੀ ਕੇਕ ਵਾਲੇ ਗੀਤ ਸੀਗੇ, ਉਹਨਾਂ ਨੇ ਤੁਹਾਨੂੰ ਬਹੁਤ ਪ੍ਰਭਾਵਿਤ ਕੀਤਾ। ਜਿਹੜਾ ਤੁਹਾਡਾ ਗੀਤ ਹੈ ਕੁੜੀਏ ਚਿੜੀਏ ਰਾਣੀ ਕਿਹੜੇ ਦੇਸ ਤੇ ਆਏ, ਉਹ ਗੀਤ ਮੈਨੂੰ ਲੱਗਦਾ ਉਸੇ ਹੂਕ ਤੇ ਹੀ ਹੋਣਾ। ਬਿਲਕੁਲ ਉਹ ਹੂਕ ਉਹੀ ਹੈ
ਜੀ ਉਸੇ ਰੰਗ ਦਾ ਗੀਤ। ਬਹੁਤ ਸੋਹਣਾ ਕੀਤਾ ਤੁਸੀਂ, ਯਕੀਨ ਨਹੀਂ ਕਰਨਾ ਗਿੱਲ ਸਾਹਿਬ, ਮੈਂ ਤਕਰੀਬਨ ਕਾਫੀ ਦੇਰ ਰੇਡੀਓ ਦਾ ਹੱਥਾਂ ਪ੍ਰੋਗਰਾਮ ਤੇ ਕੀਤਾ ਮਹਿੰਦੀ ਗੋਰੀਏ ਮੱਥੇ ਟਿੱਕਾ ਨਹੀਂ ਸੋਵੇ ਜੀ, ਤੂੰ ਤਾਂ ਰੋਵੇਂ ਰਾਣੀਏ ਬਾਪ ਤੇਰਾ ਕਿਉਂ ਰੋਵੇ। ਬਾਪ ਕਿਉਂ ਰੋਵੇ। ਹਾਂਜੀ ਮੱਖਣ ਬਰਾੜ ਸਾਹਿਬ ਦਾ ਲਿਖਿਆ। ਹਾਂਜੀ, ਇਹ ਗੀਤ ਤੁਸੀਂ ਯਕੀਨ ਕਰੋ ਕਿ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ, ਜੇ ਮੈਂ 5 ਦਿਨ ਪ੍ਰੋਗਰਾਮ ਕਰਦੀ ਸੀ ਤੇ 3 ਦਿਨ ਜ਼ਰੂਰ ਚੱਲਦਾ ਸੀ। ਵਾਹ, ਹਮੇਸ਼ਾ ਫਰਮਾਇਸ਼ ਹੁੰਦੀ ਸੀ ਸਾਡੀਆਂ ਬੀਬੀਆਂ ਭੈਣਾਂ ਨੂੰ, ਤੁਹਾਡਾ ਇਹ ਗੀਤ ਬਹੁਤ ਪਸੰਦ ਆ। ਠੀਕ ਹੈ ਜੀ। ਮੈਨੂੰ ਜਿਹੜਾ ਤੁਹਾਡਾ ਗੀਤ ਮੇਰਾ ਪਰਸਨਲ ਆ, ਮੈਨੂੰ ਬਹੁਤ ਪਸੰਦ ਆ, ਕਿਹੜਾ ਜੀ? ਉਹ ਹੈਗਾ ਜੀ ਜਿਹੜਾ ਆਪਣਾ ਕਈ ਕਦੇ ਮੇਲ ਰੱਬਾ ਦਿੱਲੀ ਤੇ ਲਾਓ, ਉਹ ਮੇਰੇ ਦਿਲ ਦਾ ਗੀਤ ਆ। ਉਹਨੇ ਮੇਰਾ ਮਤਲਬ ਮੁਕਾਮ, ਜਦੋਂ ਪਹਿਲਾਂ ਮੇਰੇ ਗਾਣੇ ਆਏ ਸੀਗੇ ਵੈਸੇ ਜੀ, ਔਰ ਉਸ ਗੀਤ ਨੇ ਇੱਕ ਦਾਇਰਾ ਸੀ ਉਹ ਵੱਡਾ ਸਾਡਾ ਤੋਂ ਬਹੁਤ ਸੋਚ ਵੱਡੀ ਹੋ ਗਈ ਵੱਡੀ ਗੱਲ ਜੀ। ਫਿਰ ਇੱਕ ਜ਼ਿੰਮੇਵਾਰੀ ਬਣ ਗਈ। ਉਸ ਤੋਂ ਬਾਅਦ ਗਾਣੇ ਉਹੋ ਜਿਹੇ ਕੀਤੇ, ਫਿਰ ਮੈਂ ਇੱਧਰ ਉੱਧਰ ਜਾ ਨਹੀਂ ਸਕਦਾ ਸੀ ਵੀ ਟਰੈਕ ਤੋਂ, ਜੀ ਵੀ ਮੈਂ ਉਹ ਐਡੇ ਲੈਵਲ ਵੱਡਾ ਗਾਣਾ ਗਾ ਕੇ ਫਿਰ ਮੈਂ ਕੋਈ ਹਲਕੀ ਨਹੀਂ ਗੱਲ ਕੋਸ਼ਿਸ਼ ਕੀਤੀ ਵਧੀਆ ਕਰਾਂ। ਹਾਂ, ਇਹ ਗਾਣਾ ਵੀ ਬਰਾੜ ਸਾਹਿਬ ਦਾ ਲਿਖਿਆ ਗਿਆ। ਬਿਲਕੁਲ ਜੀ, ਤਕਰੀਬਨ ਮੇਰੇ ਹਿਸਾਬ ਨਾਲ 70% ਗਾਣੇ ਬਰਾੜ ਸਾਹਿਬ ਦੇ ਮੰਗਾਏ। ਵਾਹ ਜੀ ਵਾਹ। ਯੈਸ, ਦੇਖਿਆ ਜਾਵੇ ਤਾਂ ਜਿਹੜਾ ਇਹ ਗੀਤ ਆ ਨਾ, ਇਹ ਗੀਤ ਨੇ ਸਾਡੇ ਦਿਲਾਂ ਨੂੰ ਇੱਕ ਤਰ੍ਹਾਂ ਝੰਜੋੜ ਕੇ ਰੱਖਿਆ ਕਿ ਜਿਹੜਾ ਸੰਨ 47 ਦੇ ਵਿੱਚ ਅਸੀਂ ਸੰਤਾਪ ਭੋਗਿਆ ਸੀ ਜੀ, ਸਾਡੇ ਬਜ਼ੁਰਗਾਂ ਨੇ, ਅਸੀਂ ਤਾਂ ਖੈਰ ਨਹੀਂ ਭੋਗਿਆ, ਅਸੀਂ ਹੋਰ ਕੰਡੀਸ਼ਨਸ ਦੇ ਵਿੱਚ ਭੋਗਿਆ ਉਸ ਚੀਜ਼ ਨੂੰ, ਹੰਡਾਇਆ ਅਸੀਂ ਵੀ ਉਹ ਦਰਦ ਸਾਡੇ ਬਜ਼ੁਰਗਾਂ ਦੇ ਰਾਹੀਂ। ਪਰ ਜਿਹੜਾ ਬਜ਼ੁਰਗਾਂ ਨੇ ਹੰਡਾਇਆ ਉਹ ਇੱਕ ਉਹਨਾਂ ਦੀ ਔਖੀ ਦਾਸਤਾਨ ਕਹਿ ਸਕਦੇ ਹਾਂ। ਜਿਸ ਮੈਨੂੰ ਯਾਦ ਆ ਕਿ ਸਾਡੇ ਨਾਨੀ ਜੀ ਹੁਣੀ ਵੀ ਪਾਕਿਸਤਾਨ ਤੋਂ ਅਸੀਂ 47 ਦੇ ਵਿੱਚ ਮੂਵ ਹੋ ਕੇ ਆਏ ਸੀ, ਤੇ ਜਦੋਂ ਸਾਡੇ ਨਾਨੀ ਜੀ ਹੁਣਾਂ ਨੇ ਰਾਤ ਨੂੰ ਬਾਤਾਂ ਸੁਣਾਉਣੀਆਂ, ਗੱਲਾਂ ਸੁਣਾਉਣੀਆਂ, ਤੇ ਕਈ ਵਾਰੀ ਉਹਨਾਂ ਨੇ ਹੌਂਕਾ ਲੈ ਕੇ ਕਹਿਣਾ ਸਾਡੀ ਬਹੁਤ ਵੱਡੀ ਹਵੇਲੀ ਹੁੰਦੀ ਸੀ ਇੱਥੇ, ਹਨਾ। ਤੇ ਉਹ ਜਦੋਂ ਮੈਂ ਤੁਹਾਡਾ ਗੀਤ ਸੁਣਿਆ ਸੀ ਸਾਡਾ ਉੱਥੇ ਕਿਲਾ ਸੀ ਫਲੋਰ ਦਾ। ਹਾਂਜੀ ਬਿਲਕੁਲ। ਸੋ ਜਦੋਂ ਤੁਸੀਂ ਤੁਹਾਡਾ ਮੈਂ ਗੀਤ ਰਾਜ ਜੀ ਸੁਣਿਆ, ਇਹਦੇ ਵਿੱਚ ਨਾ ਮੈਂ ਤੁਹਾਨੂੰ ਐਡ ਕਰਨੀ ਚਾਹੁੰਦਾ ਗੱਲ। ਮੈਂ ਕੈਲਗਰੀ ਸ਼ਾਇਦ ਮੈਨੂੰ ਯਾਦ ਆ 1998 99 ਦੀ ਗੱਲ ਹੈ ਜੀ ਜੀ ਮੈਂ ਉੱਥੇ ਇਹ ਗਾਣਾ ਗਾ ਕੇ ਹਟਿਆ ਤੇ ਪਿੱਛੇ ਪਾਕਿਸਤਾਨ ਤੋਂ ਬਜ਼ੁਰਗ ਮੈਨੂੰ ਮਿਲ ਕੇ ਗਏ ਜੀ ਜੀ ਤੇ ਰੋਏ, ਮੈਨੂੰ ਜੱਫੀ ਚ ਲੈ ਗਏ ਤੇ ਮੈਨੂੰ ਬੜੇ ਵੀ ਚੇਤੇ ਆ ਜਾਂਦੇ। ਵਾਕਈ ਬਹੁਤ ਇਮੋਸ਼ਨਲ ਗੀਤ ਆ। ਮੈਨੂੰ ਵੀ ਮੇਰੇ ਨਾਨੀ ਜੀ ਬਹੁਤ ਯਾਦ ਆਉਂਦੇ ਨੇ। ਸਮਟਾਈਮਸ ਮੈਂ ਜਦੋਂ ਦੇਖ ਕੇ ਸੁਣਦੀ ਆ ਇਸ ਗੀਤ ਨੂੰ, ਉਹਨਾਂ ਦਾ ਦਰਦ, ਉਹਨਾਂ ਦੇ ਦੁੱਖ ਸੁਣਦੀ ਆ ਕਿ ਭਰਿਆ ਘਰ ਉਵੇਂ ਹੀ ਛੱਡ ਕੇ ਅਸੀਂ ਤੁਰ ਪਏ ਸੀ, ਹਨਾ। ਤੇ ਉਹ ਜਿਹੜਾ ਦੁੱਖ ਤੁਸੀਂ ਆਪਣੇ ਸ਼ਬਦਾਂ ਦੇ ਰਾਹੀਂ ਬਰਾੜ ਸਾਹਿਬ ਨੇ ਆਪਣੀ ਕਲਮ ਦੇ ਰਾਹੀਂ ਪੇਸ਼ ਕੀਤਾ, ਉਹ ਵਾਕਈ ਸਲਾਹੁਣਯੋਗ। ਬਿਲਕੁਲ ਜੀ, ਮੈਨੂੰ ਜਦੋਂ ਮੈਂ ਉਹ ਗਾਉਣਾ ਨਾ ਮੈਨੂੰ ਖੁਦ ਨੂੰ ਪਤਾ ਨਹੀਂ ਕਿੱਥੇ ਗੁੰਮ ਹੋ ਜਾਣਾ। ਜੀ ਜੀ ਜੀ। ਤੇ ਹੋਰ ਆਪਣੇ ਬਾਰੇ ਤੁਸੀਂ ਦੱਸੋ, ਹੁਣ ਤੁਸੀਂ ਜਿਹੜਾ ਹੁਣ ਨਵੇਂ ਕੋਈ ਗੀਤ ਆ ਰਹੇ ਨੇ ਤੁਹਾਡੇ, ਜਾਂ ਤੁਸੀਂ ਕਿਹੜਾ ਗੀਤ ਨਵਾਂ? ਇੱਕ ਕਰੋਨਾ ਕਰਕੇ ਦੌਰ ਇਸ ਤਰ੍ਹਾਂ ਦਾ ਸੀ, ਕੋਈ ਲੋਕਾਂ ਦਾ ਵੀ ਮਾਹੌਲ ਇਸ ਤਰ੍ਹਾਂ ਦੀ ਉਦਾਸ ਸੀ ਲੋਕ, ਬਿਲਕੁਲ। ਤੇ ਬਾਕੀ ਕਿਸਾਨ ਮੋਰਚਾ, ਉਹਦੇ ਕਰਕੇ ਕਈ ਗੱਲਾਂ ਸੀ, ਫਿਰ ਨਵੇਂ ਗਾਣੇ ਬੜੇ ਰਿਲੀਜ਼ ਨਹੀਂ ਕੀਤੇ ਜੀ ਜੀ, ਪਰ ਹੁਣ 3-4 ਗਾਣੇ ਹੋਏ ਪਏ ਆ ਤੇ ਉਹ ਆਪਾਂ ਹੁਣ ਹੌਲੀ ਕਰਾਂਗੇ ਜੀ। ਆਪਾਂ ਹੁਣ ਪੌਜ਼ ਲੈ ਲਈਏ। ਹੁਣ ਆਪਾਂ ਗੱਲ ਕਰਦੇ ਜੀ ਤੁਹਾਡੀ ਕੈਨੇਡਾ ਆਉਣ ਦੀ ਕਹਾਣੀ। ਕੈਨੇਡਾ ਕਦੋਂ ਆਏ ਸੀ? ਕੈਨੇਡਾ ਰਾਜ ਜੀ ਮੈਂ 1992 ਚ ਆਇਆ। ਵੱਡਾ ਭਰਾ ਸੀ ਮੇਰਾ ਇੱਥੇ ਪਹਿਲਾਂ ਜੀ, ਗੁਰਚਰਨ ਗਿੱਲ, ਤੇ ਉਹਨਾਂ ਨੇ ਸਾਨੂੰ ਜਿਸ ਤਰ੍ਹਾਂ ਮਾਂ-ਬਾਪ ਨਾਲ, ਅਸੀਂ 2 ਭਰਾ ਨਾਲ ਆਏ ਜੀ ਜੀ 1992 ਚ ਜੀ ਜੀ, ਤੇ ਆ ਕੇ ਕੰਮ ਫਾਰਮਾ 'ਚ ਵੀ ਕੀਤਾ, ਹੋਰ ਵੀ ਜੋ ਕੈਨੇਡਾ ਜਾ ਕਰਦੇ ਆਪਾਂ ਜਿਸ ਤਰ੍ਹਾਂ ਦੇ ਕੰਮ ਧੰਦੇ ਕੀਤੇ। ਵਾਹ ਜੀ ਯਾ, ਤੇ ਹੇਅਰ ਸਲੂਨ ਵੀ ਖੋਲਿਆ ਸੀ ਐਬਸਫੋਰਡ ਦੇ ਵਿੱਚ। ਐਬਸਫੋਰਡ, ਯਾ। ਕਿਹੜੇ ਸਾਲ ਦੀ ਗੱਲ ਹੈ? 1995 ਸ਼ਾਇਦ। 1995। ਠੀਕ ਠੀਕ ਜੀ ਜੀ। ਤੇ ਬਾਕੀ ਉਦੋਂ ਬਾਅਦ ਫਿਰ 95 ਚ ਪਹਿਲੀ ਟੇਪ ਆਈ ਸੀ। ਹਾਂਜੀ। ਉਹਨੇ ਫਿਰ ਇੰਡੀਆ ਭੇਜਤਾ ਮੈਨੂੰ ਗਾਉਣ। ਵਾਹ ਜੀ। ਜੱਟਾਂ ਨੇ ਪੀਣੀ ਦਾਰੂ, ਉਹ ਇੰਨਾ ਚੱਲਿਆ ਗਾਣਾ, ਪਹਿਲਾ ਹੀ ਗੀਤ ਮੇਰਾ। ਬਸ ਉਹਨੇ ਮੈਨੂੰ ਜਾ ਕੇ ਗੈਲਰੀ ਬਣਾਤਾ। ਵਾਹ ਜੀ। ਉਦੋਂ ਬਾਅਦ ਫਿਰ ਚੱਲ ਸੋ ਚੱਲ, ਹੁਣ ਤੱਕ ਲੋਕਾਂ ਦਾ ਪਿਆਰ, ਇੰਨੀ ਮੁਹੱਬਤ ਮਿਲੀ ਹੈ ਤੇ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਜਦੋਂ ਪਿਆਰ ਸਤਿਕਾਰ ਮੈਨੂੰ ਖਾਸ ਤੌਰ ਤੇ ਮੇਲਿਆਂ 'ਚ, ਤੁਸੀਂ ਵੀ ਸ਼ਾਇਦ ਕੱਲ ਦੇਖਿਆ ਹੋਵੇ, ਬਿਲਕੁਲ ਜੀ, ਜਦੋਂ ਬੇਬੇ ਮਾਤਾ ਆਉਂਦੀਆਂ ਨੇ, ਉਹ ਬਸ ਉਹਦਾ ਮੈਨੂੰ ਕੋਈ ਮੁੱਲ ਨਹੀਂ ਉਸ ਚੀਜ਼। ਦੇਖੋ ਇਹ ਚੀਜ਼ ਤੁਸੀਂ ਨਾ ਅਰਨ ਕੀਤੀ ਆ। ਹਾਂਜੀ, ਇਹ ਚੀਜ਼ ਅਰਨ ਹੁੰਦੀ ਹੈ, ਕਿਉਂਕਿ ਇਹ ਚੀਜ਼ ਜਿਹੜੀਆਂ ਮਾਤਾਵਾਂ ਆ ਕੇ ਜਦੋਂ ਸਿਰ ਪਲੋਸਦੀਆਂ ਨੇ, ਉਹਨਾਂ ਦੇ ਦਿਲੋਂ ਅਸੀਂ ਤੇ ਦੂਸਰੀ ਚੀਜ਼ ਆ, ਤੁਸੀਂ ਗੰਦਮੰਦ ਵਾਲੀ ਜਿਹੜੀ ਗਾਇਕੀ ਉਹ ਤੋਂ ਕੋਹਾਂ ਦੂਰ ਰਹੇ। ਹਾਂਜੀ, ਮੇਰਾ ਬਣੀ ਇਸ ਤਰ੍ਹਾਂ ਗਿਆ ਵੀ ਮੈਂ ਕਰ ਹੀ ਨਹੀਂ ਸਕਦਾ, ਸੋ ਇਸ ਕਰਕੇ ਤੁਹਾਨੂੰ ਸਤਿਕਾਰਿਆ ਜਾਂਦਾ। ਜੀ ਜੀ। ਸੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਾਂ ਜੀ, ਜਿਵੇਂ ਤੁਸੀਂ ਸਾਫ਼ ਸੁਥਰੇ ਗੀਤ ਗਾ ਕੇ, ਵਧੀਆ ਗੀਤ ਗਾ ਕੇ, ਆਪਣੀ ਹਿੱਕ ਦੇ ਜ਼ੋਰ ਨਾਲ ਜਿਹੜੇ ਗੀਤ ਗਾਏ, ਉਹਨਾਂ ਦੇ ਨਾਲ ਹੁਣ ਇਸ ਮੁਕਾਮ ਤੇ ਪਹੁੰਚੇ। ਜੀ ਜੀ। ਤੁਸੀਂ ਮਿਹਨਤ ਕੀਤੀ ਹੈ, ਪਰ ਜੇ ਅੱਜ ਕੱਲ੍ਹ ਵਾਲੇ ਗਾਇਕ ਆ ਜਿਹੜੇ ਗੰਦਮੰਦ ਗਾਉਂਦੇ ਨੇ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ? ਤੁਸੀਂ ਉਹਨਾਂ ਨੂੰ ਕੋਈ ਸੁਨੇਹਾ, ਕੁਛ ਨਾ ਕੁਛ ਸੇਧ ਦਿਓ ਤਾਂ ਕਿ ਉਹ ਇਸ ਤਰ੍ਹਾਂ ਨਾ ਲੱਗੇ ਉਹਨਾਂ ਨੂੰ ਵੀ ਸਾਨੂੰ ਕੋਈ ਚੈਲੰਜ ਕਰ ਰਿਹਾ ਜਾਂ ਸਾਨੂੰ ਕੋਈ ਗਲਤ ਸ਼ਬਦਾਂ ਦੇ ਵਿੱਚ ਕੁਛ ਕਹਿ ਰਿਹਾ। ਸਿਰਫ ਇੱਕ ਸੇਧ, ਤਾਂ ਕਿ ਤੁਸੀਂ ਪੰਜਾਬੀ ਬੋਲੀ ਦੀ ਸੇਵਾ ਕੀਤੀ ਆ। ਤੁਸੀਂ ਜਿੰਨਾ ਗਾਇਆ, ਨਿੱਗਰ ਗਾਇਆ, ਸੋਹਣਾ ਗਾਇਆ, ਹੈ ਨਾ। ਉਹ ਇਸ ਤਰ੍ਹਾਂ ਜੀ ਅੱਜ ਕੱਲ੍ਹ ਜਿਹੜੀ ਰਹਿ ਹੈ ਨਾ, ਜਾਂ ਸਲਾਹ ਅੱਜ ਕੱਲ੍ਹ ਤਾਂ ਉਹ ਘਰਦਾਰੀ ਕੋ ਜਵਾਬ ਮੰਨਦਾ, ਤੇ ਆਪਾਂ ਉਹਨਾਂ ਨੂੰ ਕੀ ਦੇ ਦਿੰਦੇ। ਬਾਕੀ ਇਹਨਾਂ ਮੈਂ ਬੱਚਿਆਂ ਨੂੰ ਜ਼ਰੂਰ ਕਹੂੰਗਾ ਜਿਹੜੇ ਮੇਰੇ ਛੋਟੇ ਭਰਾ ਨੇ। ਜੀ ਜੀ।
ਮਾੜਾ ਜਾਂ ਗਾਉਣਾ ਮਾਰਕੀਟ ਜਿਹੜੀ ਵਿਕਦਾ ਨਾ ਅਸਲ ਚ ਤਾਂ ਹੀ ਕਿਉਂਕਿ ਸਰੋਤਿਆਂ ਦੇ ਸਰੋਤਿਆਂ ਤੇ ਡਿਪੈਂਡ ਕਰਦਾ। ਜੇ ਉਹ ਸੁਣਦੇ ਆ ਤਾਂ ਗਾਉਂਦੇ ਆ। ਬਿਲਕੁਲ। ਤੇ ਮਤਲਬ ਇਹ ਹੈ, ਮੈਂ ਤਾਂ ਫਿਰ ਵੀ ਕਹਿੰਦਾ ਕੋਸ਼ਿਸ਼ ਇਹ ਕਰੋ ਵੀ ਕੱਲ ਨੂੰ ਜਦੋਂ ਆਪਾਂ ਉਸ ਸਟੇਜ 'ਚ ਆ ਕੇ ਬੰਦਾ ਬਜ਼ੁਰਗ ਹੁੰਦਾ ਨਾ, ਉਦੋਂ ਜਦੋਂ ਆਪਾਂ ਨੂੰ ਇਹ ਨਾ ਸੋਚਣਾ ਨਿੰਮੋ ਝੂਣੇ ਜਿਹੇ ਹੋਣਾ ਪਵੇ ਯਾਰ ਮੈਂ ਆਹ ਕੀ ਗਾਇਆ, ਬਿਲਕੁਲ ਬਈ ਉਦੋਂ ਤੁਹਾਨੂੰ ਪ੍ਰਾਊਡ ਫੀਲ ਹੋਵੇ ਮੈਂ ਜਿੰਨਾ ਕੁ ਮੈਂ ਘੱਟ ਕੰਮ ਕੀਤਾ ਤੇ ਮੈਨੂੰ ਯਾਰ ਵਧੀਆ ਸੀ। ਵੈਰੀ ਗੁੱਡ। ਬਰਾੜ ਸਾਹਿਬ ਦੇ ਨਾਲ, ਮੱਖਣ ਬਰਾੜ ਜੀ ਦੇ ਨਾਲ ਕਿਵੇਂ ਮੁਲਾਕਾਤ ਹੋਈ? ਇਹ ਸਬੱਬ ਕਿਵੇਂ ਬਣਿਆ? ਇਹ ਸਬੱਬ ਬਣਿਆ ਜੀ 1998 ਚ। ਸਾਡੇ ਪੰਜਾਬ ਦੇ ਖਿਡਾਰੀ ਸੀ ਹਰਜੀਤ ਬਾਜਾ ਖੰਨਾ, ਬਹੁਤ 3-4 ਹੋਰ ਆਪਣੇ ਸੀਗੇ ਪਲੇਅਰ ਬਹੁਤ ਤਕੜੇ। ਉਹਨਾਂ ਦਾ ਐਕਸੀਡੈਂਟ ਹੋਇਆ ਇੰਡੀਆ। ਅੱਛਾ। ਤੇ ਡੈਥ ਹੋ ਗਈ ਸੀ। ਸਾਡਾ ਸੀ ਸ਼ੋਅ ਇੱਥੇ ਆਪਣੇ ਟੋਰਾਂਟੋ ਜੀ, ਸੀਐਨਈ ਕੌਂਸਲ ਭਰਿਆ ਹੋਇਆ ਫੁੱਲ। ਹਾਂ। ਤੇ ਮੈਨੂੰ ਗਿੱਲ ਸਾਹਿਬ, ਮਨਿੰਦਰ ਗਿੱਲ ਜੀ, ਜਸਵਿੰਦਰ ਖੋਸ ਸਾਹਿਬ ਮੈਨੂੰ ਕਹਿੰਦੇ ਵੀ ਪਹਿਲਾਂ ਸ਼ਰਧਾਂਜਲੀ ਦੇਣੀ ਹੈ ਉਹਨੂੰ ਖਿਡਾਰੀਆਂ ਨੂੰ, ਪਹਿਲਾ ਗੀਤ ਹੀ। ਫਿਰ ਉਹ ਮੈਂ ਇਹ ਬਰਾੜ ਸਾਹਿਬ ਨੇ ਗੀਤ ਲੈ ਕੇ ਦਿੱਤਾ ਸੀ ਜੀ, ਉੱਠ ਜਾ ਨਾ ਤੈਨੂੰ ਕਿਵੇਂ ਭੁਲਾਵਾਂਗੇ, ਸਾਨੂੰ ਦੱਸ ਹਰਜੀਤ ਬਰਾੜ। ਫਿਰ ਉਹ ਗਾਂ ਬਈ ਇੰਨੀ ਪੈਨ ਸਾਇਲੈਂਸ ਤੇ ਲੋਕਾਂ ਨੇ ਅੱਖਾਂ 'ਚੋਂ ਹੰਝੂ ਆਏ ਪਏ ਸੀ ਉਹ ਗਾਣਾ। ਵਾਕਈ ਉਹ ਗਾਣਾ ਸੱਚ ਦਰਦ ਬਹੁਤ ਸੀਗਾ। ਮਾਂ ਖੇਡ ਕਬੱਡੀ ਨੂੰ ਘਾਟਾ ਪਿਆ ਜਗਤ ਵਿੱਚ ਭਾਰਾ, ਤੈਨੂੰ ਕਿਵੇਂ ਭੁਲਾਵਾਂਗੇ, ਸਾਨੂੰ ਦੱਸ ਹਰਜੀਤ ਬਰਾੜ। ਵਾਹ ਜੀ ਵਾਹ। ਆਪਣੇ ਵੈਸੇ ਗੀਤ ਤੁਹਾਨੂੰ ਆਪਣੇ ਸਾਰੇ ਪਿਆਰੇ ਹੋਣਗੇ, ਕਿਉਂਕਿ ਕਹਿੰਦੇ ਨੇ ਮਾਂ-ਬਾਪ ਨੂੰ ਆਪਣੇ ਬੱਚੇ ਸਾਰੇ ਪਿਆਰੇ ਹੁੰਦੇ ਨੇ ਜੀ। ਪਰ ਇੱਕ ਗੀਤ ਕੋਈ ਇਹੋ ਜਿਹਾ ਜਿਹੜਾ ਤੁਹਾਨੂੰ ਲੱਗੇ ਕਿ ਆਹ ਗੀਤ ਮੇਰੇ ਬਹੁਤ ਦਿਲ ਨੂੰ ਲੱਗਾ, ਮੈਨੂੰ ਬਹੁਤ ਪਿਆਰਾ ਲੱਗਦਾ? ਗਾਣੇ ਤਾਂ ਇਸ ਤਰ੍ਹਾਂ ਵੀ ਤੁਹਾਨੂੰ ਦੱਸਿਆ ਦਿੱਲੀ ਲਾਹੌਰ ਜਦੋਂ ਮੈਂ ਗਾਉਣਾ ਨਾ ਮੇਰੇ ਲੋਕ ਠੰਡੇ ਹੋ ਜਾਂਦੇ ਆ ਤੇ ਮੇਰਾ ਮਾਹੌਲ ਮੈਂ ਪਤਾ ਨਹੀਂ ਮੈਨੂੰ ਆਪਦਾ ਕਿੱਧਰ ਚਲੇ ਜਾਂਦਾ। ਮਤਲਬ ਇਸ ਤਰ੍ਹਾਂ ਦੇ ਗੀਤ ਹੁੰਦੇ ਆ ਜਿਨ੍ਹਾਂ ਦਾ ਜਿਵੇਂ ਕੁੜੀਏ ਚਿੜੀਏ ਰਾਣੀਏ, ਜਿਹੜੀ ਉਹ ਏਕ ਵਾਲੇ ਰੰਗ ਆ ਉਹ। ਬਿਲਕੁਲ। ਹੁਣ ਅੱਗੇ ਲਾਈਫ ਦੇ ਵਿੱਚ ਵੈਸੇ ਦੇਖਿਆ ਜਾਂਦਾ, ਜੇ ਅੱਜ ਆਪਾਂ ਦੇਖੀਏ ਤਾਂ ਬਹੁਤ ਸਾਰੇ ਗਾਇਕ ਨੇ ਜਿਹੜੇ ਉਹਨਾਂ ਨੇ ਫਿਲਮਾਂ ਨੂੰ ਰੁੱਖ ਕਰ ਲਿਆ ਜੀ। ਗਾਇਕੀ ਦੇ ਨਾਲ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਆਪਣਾ ਪੈਰ ਅਜਮਾਇਆ ਜੀ। ਜਿਹੜੇ ਅੱਜ ਕੱਲ੍ਹ ਦੇ ਨੇ, ਜਿਵੇਂ ਤੁਸੀਂ ਹੁਣ ਜੇ ਦੇਖਿਆ ਜਾਵੇ ਤੁਹਾਨੂੰ ਗਾਇਕੀ ਦਾ ਬੂੜ ਕਿਹਾ ਜਾ ਸਕਦਾ, ਕਿਉਂਕਿ ਬਹੁਤ ਸੋਹਣਾ ਗਾਇਆ ਤੁਸੀਂ, ਨਿੱਗਰ ਗਾਇਆ, ਵਧੀਆ ਗਾਇਆ, ਨਰੋਲ ਪੰਜਾਬੀ ਨੂੰ ਮਾਂ ਬੋਲੀ ਦੀ ਸੇਵਾ ਕੀਤੀ ਹੈ। ਤੁਹਾਡਾ ਕੋਈ ਵਿਚਾਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਫਿਲਮਾਂ ਵੱਲ ਜਾਂ ਕੋਈ ਹੋਰ ਕੁਝ ਅਜ਼ਮਾਉਣ ਦੇ ਵਿੱਚ? ਸ਼ੁਰੂ ਚ ਮੇਰੇ ਜਦ ਪਹਿਲੇ ਗਾਣੇ ਆਏ ਨਾ ਤੇ ਇੱਕ ਬੰਦੇ ਸੀਗੇ, ਹੁਣ ਤਾਂ ਵਿਚਾਰੇ ਮੈਨੂੰ ਹੈ ਨਹੀਂ ਦੁਨੀਆ ਜੀ, ਤੇ ਉਹ ਫਿਲਮਾਂ ਬਣਾਉਂਦੇ, ਉਦੋਂ ਇਹ ਹੁੰਦਾ ਸੀ ਵੀ ਸਿੰਗਰਾਂ ਤੋਂ ਪੈਸੇ ਲਵਾ ਕੇ ਕੋਈ ਲਾਈਕ ਕਰ ਲੈਣਾ ਨਾ। ਉਹ ਮੈਨੂੰ ਹੋਰ ਹੀ ਚੱਕਰ ਜਿਹਾ ਲੱਗਾ ਸੀ। ਉਦੋਂ ਬਾਅਦ ਫਿਰ ਮੇਰਾ ਵਾਹ ਵਾਸਤਾ ਵੀ ਫਿਲਮ ਵਾਲਿਆਂ ਨੇ ਬੜਾ ਜੀ। ਤੇ ਹਾਂ ਮੇਰਾ ਜੀ ਤਾਂ ਉਹ ਕਰਦਾ ਵੀ ਵਧੀਆ ਕੋਈ ਰੋਲ ਹੋਵੇ ਚੰਗਾ ਜਿਹੜਾ ਮੇਰੇ ਢੁਕਦਾ ਹੋਵੇ ਤੇ ਜਿਸ ਤਰ੍ਹਾਂ ਦਾ ਮੇਰਾ ਸਟਾਈਲ ਹੈ ਤੇ ਮੈਂ ਕਰਨ ਨੂੰ ਤਿਆਰ ਹਾਂ, ਤਾਂ ਕੋਈ ਗੱਲ ਨਹੀਂ। ਸੋ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗਿੱਲ ਹਰਦੀਪ ਨੂੰ ਦੇਖ ਸਕਦੇ ਹਾਂ, ਪਰ ਕੋਸ਼ਿਸ਼ ਕਰਾਂਗੇ। ਵਾਹ ਜੀ ਵਾਹ, ਬਹੁਤ ਵਧੀਆ। ਹਰਦੀਪ ਜੀ, ਸਾਡੀ ਗਾਇਕੀ ਜਿਹੜੀ ਪੰਜਾਬੀ ਗਾਇਕੀ ਹੈ ਨਾ, ਅੱਜ ਜੇ ਦੇਖਿਆ ਜਾਵੇ ਤਾਂ ਉਹ ਗੰਡਾਸਿਆਂ, ਕਿਰਪਾਨਾਂ, ਰਿਵਾਲਵਰ, ਸ਼ਰਾਬਾਂ ਤੇ ਇਹਨਾਂ ਚੀਜ਼ਾਂ 'ਚ ਰੁਲ ਕੇ ਰਹਿ ਗਈ। ਜਿਵੇਂ ਤੁਸੀਂ ਗੱਲ ਕੀਤੀ, ਉਹ ਬਿਲਕੁਲ ਸਹੀ ਹੈ ਕਿ ਜੋ ਸਰੋਤੇ ਸੁਣਨਾ ਚਾਹੁੰਦੇ ਨੇ, ਜੋ ਸੁਣਦੇ ਨੇ ਤਾਂ ਹੀ ਗਾਇਕ ਬਣਦਾ। ਪਰ ਫਿਰ ਵੀ ਕਿਤੇ ਨਾ ਕਿਤੇ ਇਹ ਤੁਸੀਂ ਕਿਹਨੂੰ ਕਸੂਰਵਾਰ ਮੰਨਦੇ ਆ ਕਿ ਅਸੀਂ ਕਿਉਂ ਸਾਡੀ ਪੰਜਾਬੀ ਗਾਇਕੀ ਦੇ ਵਿੱਚ ਇੰਨਾ ਕਹਿ ਲਓ ਵੀ? ਮੈਂ ਦੱਸਿਆ ਵੀ ਥੋੜਾ ਬਹੁਤਾ ਸਰੋਤਿਆਂ ਤੇ ਵੀ ਡਿਪੈਂਡ ਕਰਦਾ। ਜਦੋਂ ਡਿਮਾਂਡ ਵੇਰੀ ਹੁੰਦੀ ਨਾ ਵੱਧ, ਉਹ ਜੀ ਚੀਜ਼ ਫਿਰ ਆਉਂਦੀ ਹੈ। ਤੇ ਬਾਕੀ ਬੰਦੇ ਦਾ ਆਪਦਾ ਜ਼ਮੀਰ ਹੁੰਦੀ ਵੀ ਗਾਉਣਾ ਕੀ ਗਾਉਣਾ ਨਹੀਂ ਗਾਉਣਾ। ਇਹ ਆਪਾਂ ਨੂੰ ਥੋੜਾ ਜਿਹਾ ਇਸ ਨੂੰ ਜ਼ਮੀਰ ਦੀ ਸੁਣ ਕੇ ਜ਼ਿਆਦਾ ਗਾਉਣਾ ਚਾਹੀਦਾ ਆਪਾਂ ਨੂੰ ਵੀ ਕੀ ਕਿ ਯਾਰ ਕਰੀਏ ਕੁਛ, ਵੀ ਪਰਿਵਾਰਾਂ ਦੇ ਵਿੱਚ ਬਹਿ ਕੇ ਸੁਣ ਸਕਦੇ। ਤੁਹਾਡਾ ਜਿਹੜਾ ਸੈਂਸਰ ਬੋਰਡ ਆ ਤੁਹਾਡੇ ਘਰੇ ਹੀ ਹੁੰਦਾ। ਬਿਲਕੁਲ। ਮਾਂ ਬਾਪ ਭੈਣ ਤਾਂ ਜੇ ਉਹ ਸੁਣ ਸਕਦੇ ਤਾਂ ਬਸ ਕੋਈ ਵੀ ਸੁਣ ਸਕਦਾ ਜੀ। ਪੰਜਾਬੀ ਮਾਂ ਬੋਲੀ ਦੀ ਤੁਸੀਂ ਬੜੀ ਸੇਵਾ ਕੀਤੀ ਹੈ। ਮਾਂ ਬੋਲੀ ਨੇ ਮੈਂ ਸਾਡੀ ਕੀਤੀ ਹੈ, ਕਹਿੰਦੇ ਕੀ ਕਰ ਸਕਦੇ, ਕਿਉਂਕਿ ਜੇ ਸ਼ਬਦ ਮਿਲੇ, ਬੋਲ ਮਿਲੇ, ਮਾਂ ਬੋਲੀ ਦੇ ਮਿਲੇ ਤਾਂ ਮੈਨੂੰ ਕੁਦਰਤੀ ਚੱਲ ਮੈਂ ਗਾ ਤੇ ਇਹ ਤਾਂ ਮੇਰਾ ਨਾਮ ਬਣਿਆ, ਦੌਲਤ ਸ਼ੋਹਰਤਾਂ ਦਿੱਤੀਆਂ ਰੱਬ ਨੇ, ਸੋ ਮਾਂ ਬੋਲੀ ਕਰਕੇ ਹੀ ਮਿਲੀ। ਬਿਲਕੁਲ ਬਿਲਕੁਲ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡਾ ਮੱਖਣ ਬਰਾੜ ਜੀ ਦੇ ਨਾਲ ਜਿਹੜੀ ਮੁਲਾਕਾਤ ਹੋਈ 98 ਦੇ ਵਿੱਚ ਉਸ ਮੇਲੇ ਤੇ ਹੋਈ ਸੀ, ਫਿਰ ਕਿਵੇਂ ਸਬੱਬ ਬਣਿਆ ਤੇ ਗੀਤ ਪਹਿਲਾਂ ਇਹਨਾਂ ਨੇ ਤੁਹਾਨੂੰ ਕਿਹੜਾ ਦਿੱਤਾ ਲਿਖ ਕੇ ਜਿਹੜਾ ਬਹੁਤ ਕਾਮਯਾਬ ਹੋਇਆ? ਫਿਰ ਉਹ ਗੀਤ ਮੈਂ ਜਦੋਂ ਲਾਈਵ ਗਾਇਆ ਤਾਂ ਉਦੋਂ ਬਾਅਦ ਸਾਡਾ ਮੇਲ ਵੱਧ ਗਿਆ, ਫੋਨ ਸਭ ਕੁਝ ਤੇ ਅਸੀਂ ਫਿਰ ਇੰਡੀਆ ਜਾਣਾ ਸੀਗਾ ਤੇ ਇਹਨਾਂ ਨੇ ਮੈਨੂੰ ਗਾਣਾ ਸੁਣਾਇਆ, ਕਰੀ ਕਿਤੇ ਮੇਲ ਰੱਬਾ ਦਿੱਲੀ ਦੇ ਲਾਹੌਰ। ਵਾਹ ਜੀ। ਉਹ ਐਕਚੁਅਲੀ ਗਾਣਾ ਹੋਰ ਸਿੰਗਰਾਂ ਨੇ ਵੀ ਗਾਇਆ, ਰਿਕਾਰਡ ਕਰਾਉਣ ਇੱਕ ਨੇ ਤੇ ਕਰਾਤਾ ਸੀਗਾ ਤੇ ਇੱਕ ਸਟੇਜਾਂ ਤੇ ਗਾ ਲੈਂਦੇ, ਪਰ ਉਹਨਾਂ ਨੇ ਟਾਈਮ ਜ਼ਿਆਦਾ ਲਾਤਾ ਉਹਨੂੰ ਰਿਲੀਜ਼ ਕਰਨ ਨੂੰ। ਇਹਨਾਂ ਨੇ ਫਿਰ ਰੋਕਤਾ ਉਧਰੋਂ, ਕਹਿੰਦੇ ਤੁਸੀਂ ਫਿਰ ਹੁਣ ਰਹਿਣ ਦਿਓ। ਤੇ ਅਸੀਂ ਫਿਰ ਰਿਕਾਰਡ ਕੀਤਾ ਸੁਖਪਾਲ ਸਿੰਘ ਦਾ ਮਿਊਜ਼ਿਕ, ਰਾਜਾ ਐਂਟਰਟੇਨਰ ਉਹ ਕੰਪਨੀ ਸੀਗੀ ਮਨਿੰਦਰ ਗਿੱਲ ਸਾਹਿਬ ਦੀ। ਤੇ ਫਿਰ ਉਹ ਜਦੋਂ ਗੀਤ ਆਇਆ ਦੂਰਦਰਸ਼ਨ ਤੇ ਵੱਜਿਆ
ਉਹ ਕਮਾਲ ਹੋ ਗਈ, ਰਾਤੋਂ ਰਾਤ ਹੀ ਬੱਲੇ 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 ਜੀ। ਕਿਉਂਕਿ ਉਹਦਾ ਇੱਕ ਇੱਕ ਬੋਲ, ਇੱਕ ਇੱਕ ਲਫ਼ਜ਼ ਇਉਂ ਲੱਗਦਾ ਆ ਉਸ ਗੀਤ ਦਾ ਕਿ ਜਿਵੇਂ ਬਰਾੜ ਸਾਹਿਬ ਨੇ ਆਪਣੇ ਤਨ ਤੇ ਹੰਡਾਇਆ ਹੋਵੇ ਤੇ ਉਹਨੂੰ ਲਿਖਿਆ ਉਸ ਤਰ੍ਹਾਂ। ਬਿਲਕੁਲ। ਉਹ ਕਹਿੰਦੇ ਨੇ ਕਿ ਗਾਉਣ ਵਾਲਾ ਜਿਹੜਾ ਠੀਕ ਹੈ, ਗਾਉਣ ਵਾਲਾ ਗਾਉਂਦਾ, ਉਹ ਆਪਣੀ ਹਿੱਕ ਦੇ ਜ਼ੋਰ ਤੇ ਗਾਉਂਦਾ, ਉਹਦੀ ਗਾਇਕੀ ਨੂੰ ਵੀ ਲੋਕ ਸੁਣਦੇ ਨੇ, ਪਰ ਜੇ ਸ਼ਬਦ ਚੰਗੇ ਹੋਣ ਤਾਂ ਉਹ ਜਿਹੜਾ ਸੁਮੇਲ ਆ ਉਹ ਦੋਨਾਂ ਨੂੰ ਹੋਰ ਉੱਪਰ ਚੜ੍ਹਦਾ। ਬਿਲਕੁਲ। ਤੇ ਉਸ ਚੀਜ਼ ਨੇ ਬੜਾ ਮਾਣ ਦਵਾਇਆ, ਬਹੁਤ ਜ਼ਿਆਦਾ। ਹੋਰ ਵੀ ਗੀਤ ਸਾਡੇ ਹੁਣ ਆਉਣ ਵਾਲੇ ਕੁਝ ਗਾਣੇ ਹੋਰ ਪਏ ਸਾਡੇ ਜੀ ਜੀ, ਤੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਐਂ ਲੱਗੂ ਜਿਵੇਂ ਨਾ ਪੰਜਾਬ ਜਾਵੜੋ, ਜਿਹੜਾ ਜਿੱਥੇ ਪਰ ਬੈਠੇ ਜਿੱਥੇ ਤੁਸੀਂ ਮਰਜ਼ੀ ਹੋ। ਇੱਕ ਮੈਂ ਇਹਨਾਂ ਦਾ ਗਾਣਾ ਕਰ ਰਿਹਾ ਵੀ ਖਾਧੇ ਹੋਣੇ ਖਾਣੇ ਦੇਸ਼ ਤੇ ਵਿਦੇਸ਼ ਦੇ, ਇੱਕ ਵਾਰੀ ਖਾਣਾ ਮੇਥੇ ਸਾਡੇ ਖੀਰ ਦੇ। ਅੱਛਾ। ਵੇਖ ਜਾ ਸਵਾਦ ਛੋਲਿਆਂ ਦੀ ਦਾਲ ਦਾ, ਪਰ ਖਾਣਾ ਕਦੋਂ ਮੋਦੀ ਪੰਜਾਬ ਨਾਲ। ਵਾਹ ਜੀ ਵਾਹ, ਵਾਕਈ ਪੰਜਾਬ ਨਾਲ ਦਾ ਖਾਣਾ। ਸਰੋਂ ਵਾਲੇ ਤੇਲ ਚ ਕਰੇਲੇ ਬਣੇ ਜੀ, ਵੇਖੀ ਕਿਤੇ ਖਾਜੀ ਨਾ ਕੜਾਹੀ ਸਣੇ ਜੀ, ਜਿਹਨੇ ਪੀਲੀ ਲੱਸੀ ਫਿਰੇ ਹੋਰ ਭਾਲਦਾ, ਖਾਣਾ ਕਦੋਂ ਮਿਲੂਗੀ ਪੰਜਾਬ ਨਾਲ। ਵਾਹ ਜੀ। ਸੋ ਇਹ ਦੇਸੀ ਗੱਲਾਂ। ਕਿਆ ਬਾਤ, ਵਾਕਈ ਇਹ ਦੇਸੀ ਗੱਲਾਂ ਜਿਹੜੀਆਂ ਹੋਣ ਨੇ ਨਾ, ਇਹ ਅਸੀਂ ਭੁੱਲ ਚੁੱਕੇ। ਸਾਨੂੰ ਇੱਥੇ ਬੈਠੇ ਅਸੀਂ ਤਰਸਦੇ ਹਾਂ ਉਹਨਾਂ ਚੀਜ਼ਾਂ ਨੂੰ। ਜਦੋਂ ਪੰਜਾਬ ਜਾਂਦੇ ਹਾਂ ਸਾਨੂੰ ਵੀ ਹੁੰਦਾ ਕਿ ਉਹੀ ਮਾਹੌਲ ਮਿਲੇ ਪੰਜਾਬ ਦਾ, ਪਰ 30-40 ਸਾਲ ਪਿੱਛੇ ਚਲੇ ਅਸੀਂ ਉਹ ਸਾਦਗੀ ਸੀ ਨਾ, ਪਿੱਛੇ ਰਹਿ ਗਏ। ਹਾਂਜੀ, ਸਾਦਗੀ ਸੀ ਉਹ ਲਾਈਫ ਦੇ ਵਿੱਚ। ਬਿਲਕੁਲ। ਤੇ ਕੋਈ ਸ਼ੋਸ਼ੇਬਾਜ਼ੀਆਂ ਨਹੀਂ ਸੀ, ਫੋਨ ਤਾਂ ਹੈ ਹੀ ਨਹੀਂ ਸੀ। ਹੁਣ ਅਸੀਂ ਬਣਾਵਟ 'ਚ ਜ਼ਿਆਦਾ ਪੈ ਗਏ। ਬਿਲਕੁਲ। ਬਣਾਵਟ ਸਾਡੀ ਬੋਲੀ 'ਚ ਬਣਾਵਟ ਆ ਗਈ, ਰਹਿਣ ਖੜਨ ਨੂੰ ਬੈਠਣ 'ਚ ਬਣਾਵਟਾਂ ਵਾਲੀਆਂ। ਬਿਲਕੁਲ ਬਿਲਕੁਲ। ਪੰਜਾਬੀ ਮਾਂ ਬੋਲੀ ਦੀ ਸੇਵਾ ਵੈਸੇ ਤੁਸੀਂ ਬਹੁਤ ਕੀਤੀ ਹੈ, ਪਰ ਜੇ ਦੇਖਿਆ ਜਾਵੇ ਤਾਂ ਪੰਜਾਬੀ ਮਾਂ ਬੋਲੀ ਨੇ, ਜਿਵੇਂ ਤੁਸੀਂ ਦੱਸਿਆ, ਮੈਨੂੰ ਇੱਥੇ ਤੱਕ ਪਹੁੰਚਾਇਆ। ਪਰ ਜਿਹੜੀ ਅੱਜ ਆਪਾਂ ਦੇਖਦੇ ਹਾਂ ਕਿ ਸਾਡੇ ਸਕੂਲਾਂ ਦੇ ਵਿੱਚੋਂ, ਖਾਸ ਕਰਕੇ ਪੰਜਾਬ ਦੇ ਵਿੱਚ, ਈਵਨ ਸੜਕਾਂ ਦੇ ਸਾਈਨ ਜਿਹੜੇ ਹਾਈਵੇ ਤੇ ਲੱਗੇ ਹੁੰਦੇ ਨੇ ਉਹ ਵੀ ਹਿੰਦੀ ਚ ਆ ਰਹੇ ਨੇ। ਸਾਡੀ ਪੰਜਾਬੀ ਬੋਲੀ ਇੱਕ ਤਰ੍ਹਾਂ ਨਾਲ ਖਤਮ ਹੁੰਦੀ ਜਾ ਰਹੀ ਹੈ ਪੰਜਾਬ। ਸਭ ਤੋਂ ਵੱਡਾ ਦਿਖਾਤਾ ਵੀ ਸਾਡੇ ਪੰਜਾਬ ਦੇ ਵਿੱਚ ਹੀ ਰਹਿ ਕੇ ਪੰਜਾਬੀ ਜਿਹੜੇ ਅਦਾਰੇ ਆ, ਹਾਂਜੀ, ਤੇ ਸਾਡੇ ਨਾਲ ਹੀ ਉਹੀ ਕੰਮ ਕਰ ਰਹੇ। ਬਿਲਕੁਲ। ਇੱਕ ਮੈਨੂੰ ਤਾਂ ਲੱਗਦਾ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ 'ਚ। ਬਿਲਕੁਲ। ਇਹ ਚੀਜ਼ ਤਾਂ ਸਾਡੇ ਤੋਂ ਜਾਂ ਸਾਡੀ ਪੰਜਾਬੀ ਠੇਠ 'ਚ ਸ਼ਬਦ ਵੜੀ ਜਾਂਦੇ, ਸੰਸਕ੍ਰਿਤ ਦੇ ਵੜੀ ਜਾਂਦੇ, ਹੋਰ ਜਾਨੀ ਉਹ ਹੌਲੀ ਹੌਲੀ ਚੇਂਜ ਹੋ ਰਹੀ ਹੈ। ਸੋ ਤੁਸੀਂ ਇਹਦੇ ਬਾਰੇ ਕੀ ਕਹੋਗੇ? ਕੀ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚੋਂ ਪੰਜਾਬੀ ਨੂੰ ਜਿਸ ਸਕੀਮ ਦੇ ਨਾਲ, ਕਹਿ ਲਓ ਗਵਰਨਮੈਂਟ ਕਹਿ ਲਓ ਜਾਂ ਉਹ ਏਜੰਸੀਆਂ ਕਹਿ ਲਓ, ਜਿਹੜੀਆਂ ਪੰਜਾਬੀ ਨੂੰ ਖਤਮ ਕਰ ਰਹੀਆਂ, ਕਿ ਇਹ ਖਤਮ ਹੋ ਜਾਊਗੀ, ਜਾਂ ਸਾਨੂੰ ਉਸ 'ਤੇ ਕਿਸ ਤਰ੍ਹਾਂ ਨਾਲ ਪਹਿਰਾ ਦੇਣ ਦੀ ਲੋੜ ਆ ਕਿ ਅਸੀਂ ਪੰਜਾਬੀ ਨੂੰ ਜਿਉਂਦੀ ਰੱਖੀਏ? ਕਿਉਂਕਿ ਜਦੋਂ ਅਸੀਂ ਪਿੰਡਾਂ 'ਚ ਵੜਦੇ ਹਾਂ, ਜੇ ਅਸੀਂ ਹਿੰਦੀ 'ਚ ਸਾਈਨ ਲੱਗਾ ਦੇਖਦੇ ਹਾਂ, ਹੁਣ ਉੱਥੇ ਕੋਕਰੀ ਲਿਖਿਆ, ਹਿੰਦੀ 'ਚ ਲਿਖਿਆ, ਤੇ ਉਹ ਜੇ ਪੰਜਾਬੀ 'ਚ ਲਿਖਿਆ ਹੋਵੇ ਸਾਨੂੰ ਸੋਹਣਾ ਵੀ ਲੱਗਦਾ, ਸਾਨੂੰ ਆਪਣਾ ਵੀ ਲੱਗਦਾ। ਇਹ ਨਾ ਮਤਲਬ ਜਿਵੇਂ ਸਲੋ ਪੋਇਜ਼ਨ ਹੌਲੀ 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 ਕੋਸਪੈਂਟ ਹੋ ਰਹੀ ਹੈ। ਤੇ ਇਹ ਹੁਣ ਸਮਾਜ ਇਹੋ ਜਿਹਾ, ਬੱਚਿਆਂ ਨੂੰ ਵੀ ਆਪਾਂ ਹੁਣ ਇੰਡੀਆ ਜਾਵੜੋ ਹਰੇਕ ਚਾਹੁੰਦਾ ਇੰਗਲਿਸ਼ ਸਕੂਲ ਪੜਾਉਣੇ ਆ, ਤੇ ਕਿਉਂਕਿ ਇਹ ਵਾਕਈ ਤੁਹਾਡੀ ਗੱਲ ਹੈ, ਫਿਕਰਮੰਦੀ ਵਾਲੀ ਗੱਲ ਹੈ ਜੀ। ਹਾਂ, ਜੇ ਇਸੇ ਤਰ੍ਹਾਂ ਚੱਲਦੀ ਰਹੀ ਗੱਲ, ਵੇਖੀ ਐਡੀ ਛੇਤੀ ਤਾਂ ਨਹੀਂ, ਪਰ ਇਹ ਹੈ 5 ਤੋਂ 10 ਸਾਲਾਂ ਵਿੱਚ ਨਹੀਂ, ਅਜੇ ਨਹੀਂ, ਪਰ ਅਜੇ ਮਤਲਬ ਹੌਲੀ ਹੌਲੀ ਹੋ ਰਿਹਾ ਕੰਮ, ਹੋ ਰਿਹਾ। ਹਾਂ ਹਾਂ, ਉਹ ਦੁੱਖ ਹੈ ਇਸ ਗੱਲ ਦਾ। ਦੁੱਖ ਹੈ ਇਸ ਗੱਲ ਦਾ, ਬਿਲਕੁਲ। ਕਿਉਂਕਿ ਜੇ ਸਾਡੇ ਪੰਜਾਬ 'ਚ ਪੰਜਾਬੀ ਖਤਮ ਹੋ ਗਈ ਤਾਂ ਕਹਿ ਲਓ ਸਾਡੀ ਮਾਂ ਬੋਲੀ, ਸਾਡੀ ਪੰਜਾਬੀ ਇਕੱਲੀ ਨਹੀਂ ਜੀ ਖਤਮ ਹੋ ਰਹੀ, ਸਾਡੀ ਨਵੀਂ ਪਨੀਰੀ ਖਤਮ ਹੋ ਰਹੀ ਆ। ਉਹ ਆਈਲੈਟਸ ਦੇ ਚੱਕਰ ਦੇ ਵਿੱਚ ਅਸੀਂ +2 ਤੋਂ ਬਾਅਦ ਪੜ੍ਹਨ ਦਾ ਕੰਮ ਹੀ ਖਤਮ ਕਰਤਾ। ਤੁਸੀਂ BA ਆਪਣੇ ਬੱਚੇ ਪੜ੍ਹਨ, ਉੱਥੇ ਵੇਖਿਓ ਤੁਸੀਂ ਇੱਥੇ ਰੁਕ ਰਿਹਾ ਵੀ ਸਰ 12 ਕਰੋ +2 ਨਾਲ ਆਈਲੈਟਸ ਕਰ ਲਓ ਤੇ ਕੈਨੇਡਾ ਅਮਰੀਕਾ ਚਲੋ। ਉਹ ਟਾਰਗੇਟ ਹੀ ਆਪਾਂ ਇਹ ਬਣਾ ਲਿਆ। ਹੁਣ ਆਪਣੇ ਪੰਜਾਬੀ ਸਰਦਾਰ ਜਿਹੜੇ ਅੱਗੇ ਅਫਸਰ ਹੁੰਦੇ ਸੀ ਉਹ ਘਟ ਜਾਣਗੇ, ਬੜੀਆਂ ਚੀਜ਼ਾਂ ਤੇ ਫਰਕ ਪੈਣਾ। ਨਾਲੇ ਕਿਹਾ ਜਾਂਦਾ, ਜੇ ਦੇਖਿਆ ਜਾਵੇ ਤਾਂ ਕਹਿੰਦੇ ਨੇ ਜੇ ਕਿਸੇ ਨੂੰ ਸ਼ਰਾਪ ਦੇਣਾ ਹੋਵੇ ਉਹਨੂੰ ਇਹ ਕਹਿ ਦੋ ਜਾ ਤੂੰ ਆਪਣੀ ਮਾਂ ਬੋਲੀ ਭੁੱਲ ਜਾ, ਇਸ ਤੋਂ ਵੱਡਾ ਸ਼ਰਾਪ ਕੋਈ ਨਹੀਂ। ਸ਼ਰਾਪ। ਤੇ ਵੇਖੋ ਇੱਕ ਰਾਜੀ ਇਹ ਵੀ ਤੁਹਾਡਾ ਨਾ, ਜਦੋਂ ਜਿਹੜੀ ਪਨੀਰੀ ਬਾਹਰ ਨੂੰ ਭੱਜੀ ਆਉਂਦੀ ਹੈ, ਪੰਜਾਬ 'ਚ 50 ਸਾਲਾਂ ਬਾਅਦ ਤਸਵੀਰ ਦੇਖਿਓ ਤੁਹਾਡੇ ਪਿੰਡਾਂ 'ਚ ਵੀ ਕਿੰਨਾ, ਜਿਵੇਂ ਸੁਣਨ ਸੁਣਾ ਜਿਹੜੇ ਬੱਚਿਆਂ ਨੂੰ ਇਕੱਲੇ ਬਜ਼ੁਰਗ ਬੰਦੇ ਰਹਿ ਰਹੇ। ਪਰ ਜੇ ਦੇਖਿਆ ਜਾਵੇ ਤਾਂ ਆਉਣ ਵਾਲੇ 5 ਸਾਲਾਂ 'ਚ ਜੋ ਸਾਡੇ ਪੰਜਾਬ ਦੀ ਕੇਂਦਰ ਸਰਕਾਰ ਕਰ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ, ਸਾਡੇ ਜ਼ਿਮੀਂਦਾਰਾਂ ਦੇ ਨਾਲ, ਕਿਸਾਨਾਂ ਦੇ ਨਾਲ, ਉਹ ਵੀ ਇੱਕ ਜੇ ਇਹ ਲਾਗੂ ਹੋ ਗਿਆ ਮਤਲਬ ਸਾਰਾ ਸਿਸਟਮ, ਫਿਰ ਜਿਹੜੀਆਂ ਤੁਹਾਡੀਆਂ ਸਰਦਾਰੀਆਂ ਸੀ ਤੇ ਸਭ ਵਿਰਸਿਆ ਸੀ ਤੇ ਉਹ ਗੱਲਾਂ ਖਤਮ ਹੋ ਜਾਣਗੀਆਂ। ਜਿਵੇਂ ਇੱਥੇ ਕੰਮ ਧੰਦੇ ਇੱਕ ਉਸ ਤਰ੍ਹਾਂ ਦਾ ਸਟਾਈਲ ਬਣ ਜੂ ਲੋਕਾਂ ਦਾ, ਜਾਓ ਤੇ ਡੱਬਾ ਫੜ ਕੇ ਕੰਮ। ਵੈਸੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਸਾਡੇ ਪੰਜਾਬ ਦਾ ਜਿਹੜਾ ਜਿਸ ਤਰ੍ਹਾਂ ਨਾਲ ਕਿਸਾਨੀ ਨੂੰ ਖਤਮ ਕੀਤਾ ਜਾ ਰਿਹਾ, ਕਿ ਸਾਡੀਆਂ ਸਰਕਾਰਾਂ ਮੰਨ ਜਾਣਗੀਆਂ? ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੀ ਜਿਹੜੀ ਪੋਲੀਟੀਕਲ ਪਾਰਟੀ ਹੋਊਗੀ, ਖਾਸ ਕਰਕੇ ਪੰਜਾਬ ਵਾਸਤੇ, ਜਿਵੇਂ ਕਿ ਖੈਰ ਤੁਹਾਡੇ ਵਾਸਤੇ ਮੇਰਾ ਇਹ ਕੁਐਸਚਨ ਕਰਨਾ ਬਣਦਾ ਤਾਂ ਨਹੀਂ ਕਿਉਂਕਿ ਇਹ ਰਾਜਨੀਤੀ ਦੇ ਨਾਲ ਸੰਬੰਧਿਤ ਹੈ, ਪਰ ਤੁਸੀਂ ਇੱਕ ਜਾਗਰੂਕ ਇਨਸਾਨ ਹੋ, ਤੁਸੀਂ ਘੁੰਮੇ ਫਿਰੇ ਹੋ, ਜਾਣਦੇ ਹੋ ਪੋਲਿਟਿਕਸ ਨੂੰ, ਤੁਸੀਂ ਸਮਝਦੇ ਹੋ। ਮੈਂ ਤਾਂ ਪੁੱਛ ਰਹੀ ਹਾਂ ਕਿ ਕੀ ਤੁਹਾਨੂੰ ਲੱਗਦਾ ਕਿ ਸਿੱਧੂ ਸਾਹਿਬ ਦੇ ਆਉਣ ਦੇ ਨਾਲ ਹੁਣ ਥੋੜਾ ਜਿਹਾ ਫਰਕ ਪਊਗਾ?
ਨਹੀਂ ਦੇਖੋ, ਇਹ ਜਿਹੜਾ ਟ੍ਰੈਂਡ ਤੁਰਿਆ ਆ ਰਿਹਾ ਇਹ ਦੇਖੋ, ਆਪਾਂ ਵਿਸ਼ਵਾਸ ਅਜੇ ਕਿਸੇ ਤੇ ਨਹੀਂ ਕੀਤਾ ਜਾ ਸਕਦਾ ਕੀ ਕਰੂਗਾ, ਪਰ ਹਾਂ ਹੋਪ ਆ ਵੀ ਜੇ ਬਾਹਲੇ ਹੋਣਗੇ ਕਰਪਟ ਲੋਕ, ਜੋ ਘੱਟ ਕਰਪਟ ਨੂੰ ਥੋੜਾ ਚੁਣ ਲਓ, ਹੈ ਸਾਰਾ ਸਿਸਟਮ ਇੱਕੋ ਜਿਹਾ ਹੀ ਹੈ ਤੇ ਆਸ ਉਸ ਤਾਂ ਹਜੇ ਨਹੀਂ, ਪਰ ਵੇਖੋ ਕੀ ਬਣਦਾ। ਤੇ ਇਹ ਬਹੁਤ ਵੱਡੀ ਇੱਕ ਮੈਜਿਕ ਜਿਵੇਂ ਉਹ ਚੀਜ਼ ਆਵੇ ਨਾ ਕੋਈ ਕੀ ਰਹੀ, ਉਹ ਲੋੜ ਆ ਪੰਜਾਬ ਨੂੰ ਜਿਹੜੀ ਕੰਮ ਕਰੇ ਪੰਜਾਬ ਵਾਸਤੇ। ਵੈਸੇ ਦੇਖਿਆ ਜਾਂਦਾ ਜਦੋਂ ਵੀ ਪੰਜਾਬ ਕੋਈ ਵੀ ਅੰਦੋਲਨ ਉੱਠਿਆ, ਕੋਈ ਜਾਗਰਤੀ ਉੱਠੀ ਹੈ ਤਾਂ ਜਿਹੜੀ ਲੜਾਈ ਹੈ ਨਾ ਤੁਹਾਡੀ ਕਾਰਪੋਰੇਟ, ਇਹ ਨਹੀਂ ਵੀ ਸੈਂਟਰ ਸਰਕਾਰ ਦੀ, ਇਹਦੇ ਪਿੱਛੇ ਹੋਰ ਵੱਡੀਆਂ ਗੱਲਾਂ। ਬਿਲਕੁਲ, ਉਹ ਤੁਹਾਨੂੰ ਸਾਰੇ ਪਾਸੇ ਸਿਸਟਮ ਉਹ ਆਪਦਾ ਲਾਗੂ ਕਰਨੇ ਚਾਹੁੰਦੇ, ਤੇ ਨਹੀਂ ਤਾਂ ਕਾਨੂੰਨ ਤਾਂ ਜੇ ਗਵਰਨਮੈਂਟ ਨੇ ਕਰਨਾ ਤਾਂ ਬਣ ਜਾਣਾ ਸੀ, ਪਿੱਛੇ ਪਾਵਰਾਂ ਹੋਰ। ਬਿਲਕੁਲ ਬਿਲਕੁਲ ਜੀ। ਹੁਣ ਤਾਂ ਤੁਸੀਂ ਕੈਲਗਰੀ ਸ਼ਹਿਰ ਦੇ ਵਿੱਚ ਆਏ ਹੋ ਨਾ, ਸਾਡਾ ਸਬੱਬ ਬਣ ਗਿਆ ਅਸੀਂ ਤੁਹਾਡੇ ਨਾਲ ਬੈਠ ਕੇ ਖੁੱਲੀ ਗੱਲ ਐਡਮਿਟਡ ਸੀਗਾ ਵਿਆਹ ਤੇ ਮੇਰਾ ਅੱਛਾ ਪਰਸੋਂ ਰਾਤ। ਹਾਂਜੀ, ਕੱਲ ਕੈਲਗਰੀ ਦੇ ਵਿੱਚ ਮੇਲੇ ਤੇ ਸੀ, ਗੱਦੀ ਬਾਬਿਆਂ ਦਾ ਮੇਲਾ ਹੋਇਆ ਤੇ ਹੁਣ ਅਗਲਾ ਪ੍ਰੋਗਰਾਮ ਫਿਰ ਕਿੰਨਾ ਕੁ ਚਿਰ ਤੁਹਾਡਾ ਕੈਨੇਡਾ ਦੇ ਵਿੱਚ ਹੈਗਾ ਆਉਣ ਵਾਲੇ ਮੈਂ ਇੱਥੇ ਹੈਗਾ ਜੀ ਨਵੰਬਰ ਤੱਕ ਇੱਥੇ ਹੀ ਹਾਂ ਜੀ। ਤੇ ਹੁਣ ਮੇਲੇ ਆ ਅਗਲਾ ਆਪਣੇ ਚੱਲਿਆ ਮੈਂ ਆਪਣੇ ਟੋਰਾਂਟੋ। ਅੱਛਾ। ਤੇ ਫਿਰ ਹੋਰ ਇੱਥੇ ਸਾਡੇ ਵਿਆਹ ਸ਼ਾਦੀਆਂ ਹੁਣ ਇੱਥੇ ਚਾਲੂ ਹੋ ਗਿਆ ਲੋਕਾਂ ਦਾ, ਕਿਉਂਕਿ ਪੰਜਾਬ ਤੱਕ ਹੀ ਜਾਂਦੇ ਨੇ, ਹੁਣ ਇੱਥੇ ਸ਼ੁਰੂ ਕਰ ਲੈਣਗੇ ਗੱਲਾਂ। ਬਿਲਕੁਲ। ਦੂਸਰੀ ਚੀਜ਼ ਇਹ ਵੀ ਹੈ ਨਾ ਕਿ ਅਸੀਂ ਹੁਣ 1.5 ਸਾਲ ਜਿਹੜੇ ਬੰਦ ਰਹੇ ਘਰਾਂ ਦੇ ਵਿੱਚ, ਵਿਆਹ ਨਹੀਂ ਹੋ ਸਕੇ, ਲੋਕਾਂ ਨੇ ਵਿਆਹ ਵੀ ਪੋਸਟ ਲੋਕ ਤਰਸੇ ਪਏ ਸੀ, ਕੱਲ ਵੇਖਿਆ ਮੇਲੇ 'ਚ ਕਿੰਨਾ ਮਾਹੌਲ ਸੀ। ਬਿਲਕੁਲ ਬਿਲਕੁਲ। ਤੇ ਹੁਣ 1.5 ਸਾਲ ਤੋਂ ਬਾਅਦ ਮਸਾਂ ਓਪਨ ਅਪ ਹੋਇਆ ਸਾਰਾ ਕੁਝ, ਤੇ ਸਾਰਿਆਂ ਨੂੰ ਹੈਗਾ ਕਿ ਹੁਣ ਵਿਆਹ ਵੀ ਹੋਣਗੇ ਤੇ ਪਾਰਟੀਆਂ ਵੀ ਹੋਣਗੀਆਂ, ਤੇ ਤੁਹਾਡਾ ਵੀ ਕਹਿੰਦੇ ਨੇ ਕਿ ਤੁਹਾਨੂੰ ਤਾਂ ਹਮੇਸ਼ਾ ਇਨਵੀਟੇਸ਼ਨ ਆਉਂਦੀ ਰਹਿਣੀ, ਜੋਗੀਆਂ ਨੂੰ ਫਿਰ ਆਏ ਵੱਜਦਾ ਰਹੂ ਦਿਲ ਤੇ। ਤੇ ਬਾਕੀ ਰਾਜ ਜੀ ਗਾਣੇ ਰਿਲੀਜ਼ ਕਰਾਏ ਹੋ ਤੇ ਅੱਗੇ ਵੀ ਜਿੰਨਾ ਤੁਸੀਂ ਮੁਹੱਬਤ ਲੋਕਾਂ ਨੇ ਦਿੱਤੀ, ਉਮੀਦ ਹੈ ਵੀ ਪਿਆਰ ਕਰਨਗੇ, ਗਾਣੇ ਨਵੇਂ ਗਾਣੇ ਆ ਰਹੇ ਨੇ ਜੀ ਜੀ। ਕਿਹੜਾ ਨਵਾਂ? ਇੱਕ ਤਾਂ ਦੀਪ ਢਿੱਲੋਂ ਆਪਣੀ ਕੁੜੀ ਸਿੰਗਰ ਆ ਪੰਜਾਬ ਜੀ, ਜਿਨ੍ਹਾਂ ਦੇ ਮਣਕੇ ਟੁੱਟੇ ਜਾਂਦੇ ਜੀ ਜੀ, ਉਹਨਾਂ ਦਾ ਗੀਤ ਸੀ ਮੇਰਾ, ਉਹਨਾਂ ਨਾਲ ਡਿਊਟ ਆ ਰਿਹਾ, ਓਕੇ, ਜਤਿੰਦਰ ਧੂੜਕੁੜ ਦਾ ਲਿਖਿਆ। ਤੇ ਫਿਰ ਬਰਾੜ ਸਾਹਿਬ ਦੇ ਗੀਤ 2-3 ਨਵੇਂ ਉਹ ਆ ਰਹੇ, ਮਤਲਬ ਹੁਣ ਫਿਰ ਸ਼ੁਰੂ ਕਰਨ ਲੱਗ ਪਿਆ। ਵਾਹ ਜੀ ਵਾਹ। ਅਸੀਂ ਗਿੱਲ ਸਾਹਿਬ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਤੇ ਸਾਡੇ ਸਮਾਜ ਨੂੰ, ਸਾਡੇ ਪੰਜਾਬੀ ਸੱਭਿਆਚਾਰ ਨੂੰ ਸੋਹਣੇ ਸੋਹਣੇ ਤੇ ਵਧੀਆ ਵਧੀਆ ਗੀਤ ਲੈ ਕੇ ਤੁਸੀਂ ਪੇਸ਼ ਹੋਵੋ, ਤਾਂ ਕਿ ਜਿਵੇਂ ਤੁਸੀਂ ਅੱਗੇ ਸਾਡੀਆਂ ਮਾਤਾਵਾਂ ਦਾ, ਸਾਡੇ ਬਜ਼ੁਰਗਾਂ ਦਾ, ਈਵਨ ਸਾਡੇ ਕਹਿ ਲਓ ਗੁਆਂਢੀ ਮੁਲਕ ਦਾ ਦਿਲ ਜਿੱਤਿਆ, ਪਾਕਿਸਤਾਨ ਦਾ ਖਾਸ ਕਰਕੇ, ਤੇ ਇਵੇਂ ਤੁਸੀਂ ਤਰੱਕੀਆਂ ਕਰੋ। ਜਦੋਂ ਤੁਸੀਂ ਪਾਕਿਸਤਾਨ ਦਾ ਗੀਤ ਗਾਇਆ ਸੀ ਲਾਹੌਰ ਵਾਲਾ, ਉਹ ਕੋਈ ਪਾਕਿਸਤਾਨ ਦੇ ਵਿੱਚੋਂ ਕੋਈ ਇਹੋ ਜਿਹਾ ਤੁਹਾਨੂੰ ਮਿਲਿਆ ਬੰਦਾ, ਉਹ ਕੋਈ ਹਾਦਸਾ ਵੀ ਸਾਡੇ ਨਾਲ ਸਾਂਝਾ ਕਰੋ। ਉਹ ਮੈਂ ਜਿਸ ਤਰ੍ਹਾਂ ਤੋਂ ਪਹਿਲਾਂ ਦੱਸਿਆ, ਮੇਰਾ ਅੱਗੇ ਮਨ ਪਰ ਹੈ, ਉਹ ਬਜ਼ੁਰਗ ਮੈਨੂੰ ਹਜੇ ਵੀ ਯਾਦ ਰਹਿੰਦੇ ਆ ਜੀ। ਉਹ ਕਹਿੰਦੇ ਪੁੱਤ ਉਹ ਬਾਹਰ ਪੈਸੇ ਵਾਲੇ ਕਹਿੰਦੇ ਜਿੰਨੇ ਮਰਜ਼ੀ ਲੈ ਲਾ, ਉਹਨਾਂ ਦਾ ਪਰਸ ਕਹਿੰਦੇ ਤੈਨੂੰ ਦੇ ਕੇ ਜਾਣੀ, ਜੇ ਤੂੰ ਸਾਡਾ, ਮੇਰਾ ਭਰਾ ਸੀ ਕਹਿੰਦੇ, ਮੇਰਾ ਪਰਿਵਾਰ ਫੌਤ ਹੋ ਗਿਆ ਸੀ, ਧਿਆੜਾ ਪਿੰਡ ਸੀ ਉਹਨਾਂ ਦਾ, ਸਤਵਾਂ ਬੇਟ ਕੋਲ ਜੀ ਜੀ, ਉਹਨਾਂ ਦਾ ਪਰਿਵਾਰ ਸਾਰਾ ਹੀ ਉੱਥੇ ਮਤਲਬ ਦੁਕਾਨ ਤੇ ਵਿੱਚ ਲੈ ਗਿਆ। ਤੇ ਮੈਨੂੰ ਤਾਂ ਤੇਰਾ ਗਾਣਾ ਜਦੋਂ ਸੁਣ ਮੈਂ ਬਹੁਤ ਉਦਾਸ ਹੋ ਜਾਂਦਾ, ਯਾਦ ਵੀ ਹੁੰਦਾ ਮੈਨੂੰ ਮੇਰਾ ਪਿੰਡ। ਤੇ ਮੈਂ ਕਿਹਾ ਬਾਪੂ ਜੀ ਮੈਂ ਇੰਨੇ ਪੈਸੇ ਨਹੀਂ ਲੈਣੇ, ਕਹਿੰਦਾ ਨਹੀਂ ਜੇ ਨਾ ਲੈ ਮੇਰਾ ਮਨ ਠੀਕ ਨਹੀਂ, ਫਿਰ ਮੈਂ 5 ਡਾਲੇ ਮੇਰੇ ਕੋਲ ਹਜੇ ਵੀ ਪਏ ਕਰੇ, ਤੇ ਉਹ ਮੈਨੂੰ 5 ਮਿਲੀਅਨ ਟ੍ਰਿਲੀਅਨ ਰੁਪਏ। ਵਾਕਿਆ ਹੀ ਕਹਿੰਦੇ ਨੇ ਜਿਹੜਾ ਆਰਾਮ ਹੁੰਦਾ ਨਾ, ਉਹ ਭਾਵੇਂ ਛੋਟੇ ਤੋਂ ਛੋਟਾ ਹੋਵੇ ਪਰ ਉਹਦੀ ਵੈਲਿਊ ਬਹੁਤ ਵੱਡੀ ਹੁੰਦੀ ਹੈ। ਬਿਲਕੁਲ। ਬਾਕੀ ਰਾਜ ਜੀ ਮੈਂ ਤੁਹਾਡਾ ਮਾਈ ਰੇਡੀਓ 580 AM ਦਾ ਧੰਨਵਾਦ ਸਾਰੀ ਟੀਮ ਦਾ, ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕਰਾਇਆ ਤੇ ਤੁਹਾਡਾ ਰੇਡੀਓ ਕਾਮਯਾਬੀ ਦੀਆਂ ਤਰੱਕੀਆਂ ਮੰਜ਼ਿਲਾਂ ਤੇ ਪਹੁੰਚੇ। ਜਿੰਦਾਬਾਦ ਰਹੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ, ਆਪਣੀ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ, ਸਾਡੇ ਨਾਲ ਗੱਲਬਾਤ ਕੀਤੀ, ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਪ੍ਰਮਾਤਮਾ ਦੇ ਅੱਗੇ ਦੁਆ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਇਸ ਤੋਂ ਵੀ ਹੋਰ ਵਧੀਆ ਵਧੀਆ ਗੀਤ ਸਾਡੇ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਮਾਂ ਬੋਲੀ ਨੂੰ ਪੇਸ਼ ਕਰੋ, ਸਾਡੇ ਬਜ਼ੁਰਗਾਂ ਵਾਸਤੇ, ਸਾਡੀਆਂ ਭੈਣਾਂ ਵਾਸਤੇ, ਸਾਡੇ ਵੀਰਾਂ ਬੱਚਿਆਂ ਤੇ ਸਾਡੀਆਂ ਜਿਹੜੀਆਂ ਬੇਟੀਆਂ ਵਾਸਤੇ ਵਧੀਆ ਵਧੀਆ ਗੀਤ ਸੁਣਨ ਨੂੰ ਮਿਲਣ, ਜਿਹੜੇ ਸਾਰੇ ਇੱਕ ਫੈਮਿਲੀ ਰੂਮ 'ਚ ਬੈਠ ਕੇ ਸਾਰੇ ਇੱਕ ਗੀਤ ਨੂੰ ਸੁਣ ਸਕਣ। ਇਹ ਵਾਅਦਾ ਵੀ ਤੁਹਾਡਾ ਇੱਕੋ ਸਾਰਾ ਇਕੱਠਾ ਬਹਿ ਕੇ ਭਲਾ ਸੁਣ ਸਕੇ, ਇਹੀ ਕੰਮ ਕਰਾਂ। ਤੇ ਇਸ ਚੀਜ਼ ਤੇ ਹੁਣ ਤੱਕ ਤੁਸੀਂ ਪਹਿਰਾ ਵੀ ਦਿੱਤਾ ਤੇ ਆਉਣ ਵਾਲੇ ਸਮੇਂ 'ਚ ਵੀ ਜ਼ਰੂਰ ਦੇਵੋ। ਮੈਨੂੰ ਵੀ ਤੁਹਾਡੇ ਸਭ ਤੇ ਬਹੁਤ ਮਾਣ ਆ, ਤੁਸੀਂ ਮੈਨੂੰ ਇਹਨਾਂ ਗੀਤਾਂ ਨੂੰ ਪਸੰਦ ਕਰਦੇ। ਥੈਂਕ ਯੂ ਬ੍ਰਦਰ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।